ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਭਾਰਤ ਦੇ ਇੱਕ ਆਨਲਾਈਨ ਟੀਵੀ ਚੈਨਲ ਜੈ ਹਿੰਦ ਨੇ ਬਜ਼ੁਰਗ ਪ੍ਰਵਾਸੀ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਭੱਦਾ ਮਜ਼ਾਕ ਉਡਾਇਆ ਹੈ ਅਤੇ 1984 ਦੇ ਸਿੱਖ ਕਤਲੇਆਮ ਬਾਰੇ ਬਿਆਨ ਕਰਦਿਆਂ ਸਿੱਖ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਪੰਜਾਬੀ ਫਿਲਮ ਲੇਖਕ ਤੇ ਪ੍ਰਸਿੱਧ ਗੀਤਕਾਰ ਅਮਰਦੀਪ ਸਿੰਘ ਗਿੱਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ, ਜਿਸ ਵਿੱਚ ਆਨਲਾਈਨ ਟੀਵੀ ਦੇ ਪ੍ਰਬੰਧਕਾਂ ਤੇ ਪੇਸ਼ਕਰਤਾ ਨੂੰ ਦੋਸ਼ੀ ਦੱਸਿਆ ਹੈ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਵਿੱਚ ਮੈਂ ਗੌਤਮ ਰਿਸ਼ੀ ਗੱਲਬਾਤ ਕਰਨ ਜਾ ਰਿਹਾ ਹਾਂ ਇਸ ਕੇਸ ਦੇ ਪਟੀਸ਼ਨਕਰਤਾ ਅਮਰਦੀਪ ਸਿੰਘ ਗਿੱਲ ਨਾਲ, ਤੇ ਗਿੱਲ ਜੀ ਤੋਂ ਜਾਣਦੇ ਹਾਂ ਇਸ ਪੂਰੇ ਮਾਮਲੇ ਤੇ ਤਾਜ਼ਾ ਸਥਿਤੀ ਬਾਰੇ। ਅਮਰਦੀਪ ਸਿੰਘ ਗਿੱਲ ਜੀ, ਇੱਕ ਆਨਲਾਈਨ ਟੀਵੀ ਨੇ 101 ਸਾਲਾ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਬੜੇ ਨਿੰਦਣਯੋਗ ਤਰੀਕੇ ਨਾਲ ਮਖੌਲ ਉਡਾਇਆ ਹੈ ਤੇ ਨਾਲੋਂ ਨਾਲ ਸਿੱਖ ਭਾਈਚਾਰੇ ਤੇ ਵੀ 1984 ਦੇ ਕਤਲੇਆਮ ਸੰਬੰਧੀ ਟਿੱਪਣੀਆਂ ਕੀਤੀਆਂ ਨੇ। ਇਹ ਪੂਰਾ ਮਾਮਲਾ ਕੀ ਹੈ? ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਉਹ ਇੱਕ ਕਮੇਡੀ ਸ਼ੋਅ ਹੈ, ਟੀਵੀ ਤੇ ਚੱਲਦਾ ਆਨਲਾਈਨ ਹੈ ਜੋ। ਹਾਂਜੀ, ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹਨੂੰ ਪੇਸ਼ ਕਰਦਾ ਸੁਮਿਤ ਰਾਘਵਨ। ਹਾਂਜੀ, ਐਂਕਰ, ਔਰ ਰਾਜੀਵ ਨਿਗਮ ਇੱਕ ਕਮੇਡੀ ਕਲਾਕਾਰ ਹੈ ਜਿਹਨੇ ਬਾਬਾ ਫੌਜਾ ਸਿੰਘ ਜੀ ਦਾ ਭੇਸ ਧਾਰ ਕੇ ਉਹਨਾਂ ਦਾ ਮਜ਼ਾਕ ਉਡਾਇਆ। ਹਾਂਜੀ, ਔਰ ਉਹ ਮਜ਼ਾਕ ਇਸ ਕਿਸਮ ਦਾ ਹੈ ਕਿ ਉਹਨੂੰ ਆਪਾਂ ਜੇ ਥੋੜ੍ਹੀ ਖੁੱਲ੍ਹਦਿਲੀ ਨਾਲ ਦੇਖੀਏ, ਜੇ ਆਪਾਂ ਉਹਨੂੰ ਸਿਰਫ ਸਿੱਖ ਹੋਣ ਦੇ ਨਾਲ ਨਾ ਜੋੜੀਏ ਤਾਂ ਵੀ ਉਹਦੇ ਤੇ ਤੁਹਾਨੂੰ ਗੁੱਸਾ ਆਵੇਗਾ। ਹਾਂਜੀ, 101 ਸਾਲ ਦਾ ਇੱਕ ਬਜ਼ੁਰਗ ਹੈ ਜਿਹੜਾ, ਹਾਂਜੀ, ਜਿਹਨੇ ਸਾਡੇ ਦੇਸ਼ ਦੇ ਲਈ ਦਾ ਨਾਂ ਉੱਚਾ ਕੀਤਾ। ਇਸ ਵਾਰ ਤੁਸੀਂ ਦੇਖਿਆ ਹੋਣਾ ਕਿ ਲੰਡਨ ਓਲੰਪਿਕਸ ਦੇ ਵਿੱਚ ਵੀ ਉਹ ਜਿਹੜੇ ਆ ਇਹ ਮਿਸਾਲ ਫੜ ਕੇ ਹੈ ਨਾ, ਹਾਂਜੀ, ਭੱਜੇ ਨੇ। ਔਰ ਵੈਸੇ ਮੈਰਾਥਨ ਰਨਰ ਇਸ ਉਮਰ ਦੇ ਵਿੱਚ ਉਹ ਸਾਡੇ ਲਈ ਵੈਸੇ ਹੀ ਸਤਿਕਾਰ ਦੇ ਪਾਤਰ ਨੇ ਜੀ। ਉਹਨਾਂ ਦਾ ਮਜ਼ਾਕ ਉਡਾਉਣਾ, ਔਰ ਫਿਰ ਉਹ ਸਿੱਖ ਵੀ ਨੇ ਆਪਣੇ ਪਹਿਰਾਵੇ ਤੋਂ, ਆਪਣੇ ਦਿੱਖ ਤੋਂ, ਹਨਾ। ਹਾਂਜੀ, ਔਰ ਉਹ ਸਾਡੇ ਸਿੱਖਾਂ ਲਈ ਵੀ ਬਹੁਤ ਮਾਣ ਦੀ ਗੱਲ ਹੈ। ਔਰ ਉਹਨਾਂ ਨੇ ਉਹਨਾਂ ਨੂੰ ਇੰਨਾ ਕਾਰਟੂਨ ਬਣਾ ਕੇ ਪੇਸ਼ ਕੀਤਾ, ਇੰਨਾ ਅਜੀਬ ਤਰ੍ਹਾਂ ਨਾਲ ਪੇਸ਼ ਕੀਤਾ ਕਿ ਉਹ ਭੱਜ ਰਹੇ ਨੇ ਔਰ ਉਹ ਆਪਣੀ ਦਾੜੀ ਨਾਲ ਉਹ ਮੂੰਹ ਪੂੰਝ ਰਿਹਾ ਰਾਜੀਵ ਨਿਗਮ ਜਿਹੜਾ ਉਹ ਬਣਿਆ ਹੋਇਆ। ਹਾਂਜੀ, ਔਰ ਉਹਨਾਂ ਨੂੰ ਜਿਹੜਾ ਉਹ ਐਂਕਰ ਆ ਉਹ ਇਹ ਗੱਲ ਪੁੱਛਦਾ ਕਿ ਫੌਜਾ ਸਿੰਘ ਜੀ ਆਪ ਭਾਗ ਕਿਉਂ ਰਹੇ ਜੀ? तो जवाब दिंदा है मैं तो 84 से ही भाग रहा हूँ जी। पहले मैं टाइटलर के डर से भागा। हाँ जी, फिर कहता मैं बाहर गया तो उत्थे 9/11 वेले तो मैं गोरियां तो डर के भज्या। हाँ जी, हाँ। और ये जिहड़ी गल आ ये बड़ी मतलब बहुत ही टची मामले ने। 1984 ਦਾ ਜਿਹੜਾ ਸਿੱਖ ਕਤਲੇਆਮ ਆ, ਬਿਲਕੁਲ ਜੀ, ਉਹਨੂੰ ਇਸ ਤਰ੍ਹਾਂ ਦੇ ਮਜ਼ਾਕ ਦੇ ਵਿੱਚ ਲੈਣਾ ਔਰ ਫਿਰ ਗਾਹਾਂ 9/11 ਨਾਲ ਏਦਾਂ ਗੱਲ ਕਰਨੀ। ਔਰ ਉਸ ਤੋਂ ਵੀ ਅੱਗੇ ਜਾਂਦੇ ਵੀ ਉਹ ਇਹ ਕਹਿੰਦਾ ਕਿ ਜਿਹੜੇ ਮੁਸਲਮਾਨ ਨੇ, ਖਾਸ ਕਰਕੇ ਕਹਿੰਦਾ ਗੁਜਰਾਤ ਦੇ ਜਿਹੜੇ ਮੁਸਲਮਾਨ ਨੇ ਉਹ ਵੀ ਬਹੁਤ ਅੱਛੇ ਕਹਿੰਦਾ ਰਨਰ ਬਣ ਸਕਦੇ ਨੇ, ਦੌੜਾਕ ਬਣ ਸਕਦੇ ਨੇ, ਕਿਉਂਕਿ ਉਹ ਮੋਦੀ ਤੋਂ ਡਰਦੇ ਭੱਜਦੇ ਨੇ। ਹਾਂਜੀ, ਔਰ ਫਿਰ ਉਹ ਇਹ ਗੱਲ ਕਹਿ ਰਿਹਾ ਕਿ ਭੱਜੋ ਭੱਜੋ ਮੋਦੀ ਆਇਆ। ਹਾਂਜੀ ਹਾਂਜੀ ਹਾਂਜੀ, ਫਿਰ ਉਹ ਇਸ ਕਿਸਮ ਦੀਆਂ ਹਰਕਤਾਂ ਕਰ ਰਿਹਾ, ਮਤਲਬ ਇੱਕ ਕਿ ਉਹ ਮਤਲਬ ਦਿਲ ਦੁਖਦਾ ਹਰ ਸੂਝਵਾਨ ਸੁਚੇਤ ਬੰਦੇ ਦਾ, ਚਾਹੇ ਉਹ ਕਿਸੇ ਵੀ ਧਰਮ ਨਾਲ ਹੋਵੇ ਜੁੜਿਆ। ਹਾਂਜੀ, ਕਿ ਯਾਰ ਇਹ ਕੈਸੀ ਕਮੇਡੀ ਆ, ਇਹਦੇ ਚ ਤਾਂ ਕੋਈ ਹਾਸੇ ਵਾਲੀ ਗੱਲ ਨੀ ਗੀ। ਹਾਂਜੀ, ਔਰ ਫਿਰ ਸਿਖਰ ਇਸ ਗੱਲ ਤੇ ਲੱਗਦਾ ਕਿ ਉਹ ਅਜੀਬ ਤਰ੍ਹਾਂ ਨਾਲ ਨੱਚਦਾ, ਕਦੇ ਉਹ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰਦਾ, ਕਦੇ ਉਹ ਔਰ ਆਖਰ ਤੇ ਉਹ ਉਸ ਇੱਕ ਟਰੱਕ ਦੇ ਹੇਠਾਂ ਆ ਕੇ ਉਹਨਾਂ ਦੀ ਮੌਤ ਹੁੰਦੀ ਦਿਖਾਈ ਗਈ ਹੈ। ਔਰ ਖੂਨ ਦਾ ਇੱਕ ਛੱਪੜ ਹੈ ਜਿਹੜਾ, ਹਾਂਜੀ, ਉਹ ਲੱਗ ਜਾਂਦਾ। ਹਾਂਜੀ, ਹੁਣ ਇਹ ਗੱਲ ਜਦੋਂ ਮੈਂ ਦੇਖੀ ਕਿ ਮੈਨੂੰ ਬੜਾ ਮਤਲਬ ਏਦਾਂ ਲੱਗਿਆ ਕਿ ਯਾਰ ਇੱਕ ਬਜ਼ੁਰਗ ਜਿਹੜਾ ਕੁਛ ਮਤਲਬ ਅਸੀਂ ਜਿਹਦੇ ਲਈ ਅਸੀਂ ਆਪਦੇ ਆਪ ਨੂੰ ਮਤਲਬ 40 ਸਾਲ ਦੀ ਉਮਰ ਦੇ ਵਿੱਚ ਵੀ ਅਸੀਂ ਹੈਗੇ ਹਾਂ, ਉਹਦੇ ਚ ਵੀ ਅਸੀਂ ਐ ਨੀ ਸਮਝਦੇ ਕਿ ਅਸੀਂ ਉਹਨਾਂ ਦੇ ਮੁਕਾਬਲਾ ਕਰ ਸਕਦੇ ਹਾਂ। ਉਹ ਇੱਕ ਪੂਜਣਯੋਗ, ਇੱਕ ਸਤਿਕਾਰਯੋਗ ਸ਼ਖਸੀਅਤ ਆ। ਔਰ ਇਹ ਬੰਦਿਆਂ ਨੇ ਕੀ ਕੀਤਾ, ਬਿਲਕੁਲ ਮੈਂ ਉਹ ਨੈਟ ਤੇ ਪਾਇਆ। ਹਾਂਜੀ, ਮੇਰੇ ਤੋਂ ਪਹਿਲਾਂ ਮੈਨੂੰ ਮਿਲਿਆ ਵੀ ਉਹ ਨੈਟ ਦੇ ਰਾਹੀਂ ਸੀ। ਫਿਰ ਉਸ ਤੋਂ ਅੱਗੇ ਮੈਂ, ਕਿਉਂਕਿ ਮੇਰੇ ਵੱਧ ਫਰੈਂਡ ਨੇ, ਦੋਸਤ ਨੇ, ਉਹ ਫੇਸਬੁੱਕ ਤੇ ਮੈਂ ਪਾਇਆ ਜੀ, ਤਾਂ ਬਹੁਤ ਲੋਕਾਂ ਦੇ ਇੱਕਦਮ ਆਉਣ ਲੱਗ ਗਏ, ਪ੍ਰਤੀਕਰਮ ਆਉਣ ਲੱਗ ਗਏ। ਹਾਂਜੀ, ਪਰ ਮੈਨੂੰ ਏਦਾਂ ਸੀਗਾ ਕਿ ਮੈਂ ਇਸ ਗੱਲ ਦੇ ਲਈ ਇੱਕ ਲੋਕ ਰਾਏ ਆਪਾਂ ਲਾਮਬੰਦ ਕਰਦੇ ਹਾਂ
ਹਾਂਜੀ, ਅਸੀਂ ਤਾਂ ਕੁਛ ਵੀ ਨਹੀਂ ਗੇ, ਸਾਡੇ ਤੋਂ ਬਹੁਤ ਵੱਡੇ ਵੱਡੇ ਜਿਹੜੇ ਹੈਗੇ ਆ ਸਾਡੇ ਸਿੱਖ ਲੀਡਰ ਨੇ ਜਾਂ ਸਾਡੇ ਪੰਜਾਬ ਦੇ ਲੀਡਰ ਨੇ ਜਾਂ ਸੰਸਥਾਵਾਂ ਨੇ, ਉਹ ਕੋਈ ਨਾ ਕੋਈ ਜਿਹੜਾ ਕਦਮ ਜ਼ਰੂਰ ਚੁੱਕਣਗੀਆਂ। ਹਾਂਜੀ, ਤੇ ਪਰ ਗੱਲ ਉਲਟ ਹੋ ਗਈ। ਅਮਰਦੀਪ ਸਿੰਘ ਗਿੱਲ ਜੀ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਮਾਮਲੇ 'ਤੇ ਤੁਹਾਡੇ ਨਾਲ ਨਾਲ SGPC ਵਰਗੀ ਕਿਸੇ ਸੰਸਥਾ ਨੂੰ ਵੀ ਇਹ ਕਦਮ ਚੁੱਕਿਆ ਜਾਣਾ ਚਾਹੀਦਾ ਸੀਗਾ, ਜੋ ਬਿਨਾਂ ਕੋਈ ਐਕਟਿਵਿਸਟ ਹੋਏ ਤੁਸੀਂ ਇਹ ਫੈਸਲਾ ਲਿਆ? ਮੈਂ ਤਾਂ ਮਤਲਬ ਆਪਣੇ ਆਪ ਨੂੰ ਕਦੇ ਇਸ ਤਰ੍ਹਾਂ ਸਮਝਿਆ ਨਹੀਂ ਨਾ, ਮੈਂ ਕਦੇ ਆਪਣੇ ਆਪ ਨੂੰ ਇਸ ਕਿਸਮ ਦਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਸ ਤਰੀਕੇ ਨਾਲ ਕਦੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਗੱਲ ਅਸਲ 'ਚ ਇਹ ਹੈ ਕਿ ਸਾਡਾ ਜਿਹੜਾ ਵਿਰਸਾ, ਜਿਹੜੀ ਸਾਡੀ ਵਿਰਾਸਤ ਆ, ਇੱਕ ਲੇਖਕ ਹੋਣ ਦੇ ਨਾਤੇ ਵੀ ਔਰ ਇੱਕ ਅਜਿਹੇ ਬਾਪ ਦਾ ਬੇਟਾ ਹੋਣ ਦੇ ਨਾਤੇ ਵੀ ਮੈਂ ਏਦਾਂ ਅਸੀਂ ਚੁੱਪ ਬੈਠਣ ਵਾਲਿਆਂ ਚੋਂ ਨਹੀਂ ਹੈ ਨਾ, ਕੁਛ ਵੀ ਸਾਨੂੰ ਨੁਕਸਾਨ ਉਠਾਉਣਾ ਪਵੇ, ਕੁਛ ਵੀ ਹੈ, ਜਿੱਥੇ ਹੱਕ ਦੀ, ਸੱਚ ਦੀ ਜਾਂ ਧਰਮ ਦੀ ਜਾਂ ਵਿਰਸੇ ਦੀ ਗੱਲ ਹੈ, ਉਹ ਫਿਰ ਖੜਨਾ ਹੀ ਪੈਂਦਾ। ਔਰ ਮੈਨੂੰ ਇੱਥੇ ਮੇਰੀ ਥੋੜੀ ਇੱਕ ਪਰਸਨਲ ਮਤਲਬ ਇਮੋਸ਼ਨਲ ਇਹਦੇ ਵਿੱਚ ਇਹ ਗੱਲ ਸੀ ਕਿ ਮੇਰੇ ਪਿਤਾ ਜੀ ਕਾਮਰੇਡ ਸੁਰਜੀਤ ਗਿੱਲ 1.5 ਮਹੀਨਾ ਪਹਿਲਾਂ ਸਰੀਰਕ ਰੂਪ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ। ਮੈਨੂੰ ਇੱਕਦਮ ਏਦਾਂ ਲੱਗਿਆ ਕਿ ਜੇ ਮੇਰਾ ਬਾਪੂ ਜਿਉਂਦਾ ਹੁੰਦਾ ਤਾਂ ਉਹਨੇ ਮੈਨੂੰ ਇਹ ਗੱਲ ਕਹਿਣੀ ਸੀ ਕਿ ਤੂੰ ਇਹ ਗੱਲ ਦੀ ਆਸ ਹੋਰ ਲੋਕਾਂ ਤੋਂ ਕਿਉਂ ਕਰਦਾ ਕਿ ਉਹ ਕੇਸ ਲੜਨ ਜਾਂ ਕੁਛ ਕਰਨ, ਜਾਂ ਇਹਨੂੰ ਚੱਕਣ, ਤੂੰ ਹੀ ਚੱਕ। ਇਹ ਗੱਲ ਮੈਨੂੰ, ਇਸ ਗੱਲ ਨੇ ਮੈਨੂੰ ਬਹੁਤ ਸ਼ਕਤੀ ਦਿੱਤੀ ਆਪਣੇ ਆਪ ਦੇ ਵਿੱਚ ਕਿ ਯਾਰ ਇਹ ਕੰਮ ਤਾਂ ਫਿਰ ਆਪਾਂ ਨੂੰ ਹੀ ਕਰਨਾ ਪਊਗਾ ਜਦੋਂ ਕਿਸੇ ਨੇ ਨਹੀਂ ਕੀਤਾ, ਔਰ ਅਸੀਂ ਕਿਸੇ ਤੋਂ ਆਸ ਵੀ ਨਹੀਂ ਸਾਨੂੰ ਰੱਖਣੀ ਚਾਹੀਦੀ, ਕਿਉਂਕਿ ਜਿਹੜੇ ਲੋਕ ਰਾਏ ਆ, ਲੋਕ ਸ਼ਕਤੀ ਆ, ਜਨ ਸ਼ਕਤੀ ਆ, ਇਹਦੇ 'ਚ ਹੀ ਸਾਡਾ ਵਿਸ਼ਵਾਸ ਹੈ। ਨਾ ਸਾਡਾ ਵਿਸ਼ਵਾਸ ਲੀਡਰਾਂ 'ਚ, ਨਾ ਰਾਜਨੀਤੀ 'ਚ, ਜੋ ਕੁਛ ਵੀ ਆ ਹੋਰ ਉਹ ਆਪਣਾ ਉਹਨਾਂ ਦਾ ਕੰਮ ਆ। ਪਰ ਮੈਨੂੰ ਹਮੇਸ਼ਾ ਏਦਾਂ ਹੁੰਦਾ ਕਿ ਜੇ ਲੋਕ ਇਹ ਗੱਲ ਕਹਿੰਦੇ ਆ ਕਿ ਏਦਾਂ ਕਰੋ ਤਾਂ ਲੋਕ ਰਾਏ ਦਾ ਸਤਿਕਾਰ ਕਰਨਾ ਜ਼ਰੂਰੀ ਹੈ। ਔਰ ਜੇ ਇਹਨੂੰ ਤੁਸੀਂ ਸਿੱਖ ਸੰਦਰਭ ਦੇ ਵਿੱਚ ਦੇਖੋ ਤਾਂ ਸੰਗਤ ਸਭ ਤੋਂ ਵੱਡੀ ਸ਼ਕਤੀ ਆ ਨਾ। ਬਿਲਕੁਲ, ਕਿ ਅਗਰ ਸੰਗਤ ਇਹ ਕਹਿੰਦੀ ਹੈ ਤਾਂ ਫਿਰ ਕਰੋ ਭਾਈ। ਹਾਂਜੀ, ਤੋ ਉਹੀ ਗੱਲ ਫਿਰ ਸੰਗਤ ਦਾ ਹੁਕਮ ਹੋਇਆ, ਹਾਂਜੀ, ਫਿਰ ਕਰਨਾ ਪਿਆ, ਕਰਨਾ ਹੀ ਸੀ। ਗਿੱਲ ਜੀ, ਬਠਿੰਡਾ ਅਦਾਲਤ ਵਿੱਚ ਇਸ ਮਾਮਲੇ ਨੂੰ ਲੈ ਕੇ ਜਿਹੜੀ ਤੁਸੀਂ ਪਟੀਸ਼ਨ ਪਾਈ ਹੈ, ਇਸ ਦੀ ਹੁਣ ਸੁਣਵਾਈ ਕਦੋਂ ਹੈ ਤੇ ਤੁਸੀਂ ਇਹਦੇ ਵਿੱਚ ਕੀ ਕੀ ਦੋਸ਼ ਲਗਾਏ ਨੇ? ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਪਹਿਲਾਂ ਤਾਂ ਸਾਰੇ ਜਿਹੜੇ ਨੈਟ ਦੇ ਥਰੂ ਪੂਰੇ ਵਰਲਡ ਦੇ ਪੰਜਾਬੀ ਸੂਝਵਾਨ ਔਰ ਸਿੱਖ ਜਿਹੜੇ ਨੇ ਉਹ ਜੁੜੇ ਮੇਰੇ ਨਾਲ, ਉਹਨਾਂ ਨੇ ਮੈਨੂੰ ਹੌਸਲਾ ਅਫਜ਼ਾਈ ਦਿੱਤੀ ਜੀ। ਔਰ ਉਸ ਤੋਂ ਬਾਅਦ ਫਿਰ ਮੈਂ ਗੱਲ ਕੀਤੀ ਸਰਦਾਰ ਨਵਕਿਰਨ ਸਿੰਘ, ਬਹੁਤ ਵੱਡੇ ਵਕੀਲ ਨੇ ਚੰਡੀਗੜ੍ਹ, ਔਰ ਹਿਊਮਨ ਰਾਈਟਸ ਦੇ ਲਈ ਵੀ ਉਹ ਲੜਦੇ ਰਹਿੰਦੇ ਨੇ। ਔਰ ਉਹਨਾਂ ਨਾਲ ਮੈਂ ਜਦੋਂ ਗੱਲ ਕੀਤੀ, ਉਹਨਾਂ ਨਾਲ ਮੇਰਾ ਪਰਸਨਲ ਮਤਲਬ ਇੱਕ ਪਿਆਰ ਆ, ਉਹਨਾਂ ਦੀ ਮੈਂ ਬਹੁਤ ਇੱਜ਼ਤ ਕਰਦਾ, ਉਹਨਾਂ ਦੀ ਸ਼ਖਸੀਅਤ ਨੂੰ ਮੈਂ ਬਹੁਤ ਮੰਨਦਾ। ਹਾਂਜੀ ਯਾਰ, ਉਹ ਮੈਨੂੰ ਕਹਿੰਦੇ ਕਿ ਮੈਂ ਕਿਹਾ ਜੀ ਭਾਜੀ ਤੁਹਾਨੂੰ ਪਤਾ ਹੈ ਵੀ ਏਦਾਂ ਦਾ ਕੋਈ ਹੋਇਆ? ਕਹਿੰਦੇ ਹਾਂ ਮੈਨੂੰ ਪਤਾ। ਤੇ ਮੈਂ ਕਿਹਾ ਜੀ ਉਹ ਫਿਰ ਆਪਾਂ ਲੜਨਾ ਚਾਹੁੰਦਾ ਉਸ ਗੱਲ ਦੇ ਖਿਲਾਫ, ਆਪਾਂ ਕਾਨੂੰਨੀ ਤੌਰ ਤੇ। ਹਾਂਜੀ, ਤੇ ਉਹਨਾਂ ਨੇ ਫਿਰ ਮੈਨੂੰ ਡਰਾਫਟ ਕਰਕੇ ਉੱਥੋਂ ਪਹਿਲਾਂ ਕੇਸ ਆ ਜਿਹੜਾ ਉਹ ਮੇਲ ਕੀਤਾ। ਹਾਂਜੀ, ਔਰ ਉਹਦੇ ਵਿੱਚ ਅਸੀਂ 3 ਬੰਦਿਆਂ ਨੂੰ ਲਿਆ ਹੈਗਾ, ਜਿਹੜਾ ਇੱਕ ਤਾਂ ਪ੍ਰੋਡਿਊਸਰ ਡਾਇਰੈਕਟਰ ਆ ਅਭਿਗਿਆਨ ਝਾ, ਹਾਂਜੀ, ਔਰ ਇਹ ਜਿਹੜਾ ਐਂਕਰ ਆ ਸੁਮਿਤ ਰਾਘਵਨ, ਤੇ ਰਾਜੀਵ ਨਿਗਮ, ਜਿਹੜੇ ਨੇ ਐਕਟ ਕੀਤਾ। ਹਾਂਜੀ, ਔਰ ਉਸ ਤੋਂ ਇਲਾਵਾ ਫਿਰ ਅਸੀਂ ਉਹ ਜਿਹੜਾ ਵੀਡੀਓ ਆ ਉਹਨੂੰ ਡਾਊਨਲੋਡ ਕਰਕੇ ਉਹਦੀ ਮੈਂ CD ਬਣਾਈ, ਔਰ ਉਹਦੀ ਸਕ੍ਰਿਪਟ ਸੀ ਜਿਹੜੀ ਉਹਨੂੰ ਕਾਗਜ਼ ਤੇ ਲਿਖਿਆ ਹੂ ਕਿ ਉਹ ਕੀ ਬੋਲ ਰਹੇ ਨੇ। ਹਾਂਜੀ, ਔਰ ਉਹਦੇ ਵਿੱਚ ਅਸੀਂ ਜਿਹੜੀਆਂ ਗੱਲਾਂ 2 ਮੁੱਖ ਰੂਪ ਦੇ ਵਿੱਚ ਲਈਆਂ ਨੇ, ਇੱਕ ਤਾਂ ਕਿ ਇੱਕ ਬਜ਼ੁਰਗ ਦੀ ਤੁਸੀਂ ਬੇਇੱਜ਼ਤੀ ਕਰ ਰਹੇ ਹੋ ਜਿਹੜਾ ਸਾਡੇ ਆਦਰਸ਼ ਨੇ। ਹਾਂਜੀ, ਸਤਿਕਾਰਤ ਨੇ। ਹਾਂ, ਸਤਿਕਾਰਤ ਨੇ, ਔਰ ਕੋਈ ਵੀ ਧਰਮ ਦੇ ਹੋਣ ਉਹ, ਉਹਨਾਂ ਦੀ ਥਾਂ ਤੇ ਕੋਈ ਕਿਸੇ ਸਿੱਖ ਧਰਮ ਦੀ ਵਜ੍ਹਾ ਦੀ ਥਾਂ, ਫੌਜਾ ਸਿੰਘ ਜੀ ਦੀ ਥਾਂ, ਇਸ ਉਮਰ ਦਾ ਇਹੋ ਜਿਹਾ ਬਜ਼ੁਰਗ, ਇਸ ਕਿਸਮ ਦੀ ਸ਼ਖਸੀਅਤ ਕਿਸੇ ਹੋਰ ਧਰਮ ਦੀ ਵੀ ਹੈ ਤਾਂ ਅਸੀਂ ਉਹਦੀ ਵੀ ਬੇਇੱਜ਼ਤੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੀ। ਇੱਕ ਇਸ ਪੱਖ ਨੂੰ ਲਿਆ, ਔਰ ਦੂਸਰਾ ਇਹ ਲਿਆ ਕਿ ਤੁਸੀਂ ਜਿਹੜੀਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੇ ਹੋ, 84 ਨੂੰ ਦਾ ਮਜ਼ਾਕ ਉਡਾਉਂਦੇ ਹੋ ਜਾਂ 9/11 ਦਾ ਮਜ਼ਾਕ ਉਡਾਉਂਦੇ ਹੋ। ਹਾਂਜੀ, ਤੁਸੀਂ ਦੇਖੋ ਨਾ ਗੱਲ ਕਿੰਨੀ ਸੈਂਸਿਟਿਵ ਆ ਇਸ਼ੂ। ਤੁਸੀਂ ਗੌਤਮ ਇਹ ਦੇਖਿਆ ਹੋਣਾ ਕਿ ਕੱਲ ਅਮਰੀਕਾ ਦੇ ਗੁਰਦੁਆਰੇ ਦੇ ਵਿੱਚ ਅਟੈਕ ਹੋਇਆ। ਹਾਂ,
ਉਹ ਅਟੈਕ ਕੱਲ ਨੂੰ ਜਾਂ ਪਰਸੋਂ ਨੂੰ ਨਿਕਲਿਆ ਆਉਣਾ ਹੌਲੀ ਹੌਲੀ, ਉਹ ਅਗਰ ਉਹ ਵੀ ਗੱਲ ਇੱਕ 9/11 ਦੇ ਰਿਐਕਸ਼ਨ ਦੇ ਤੌਰ ਤੇ ਜੁੜਦੀ ਹੈ ਗੱਲ, ਹਨਾ। ਸਾਡੀ ਦਿੱਖ ਨੂੰ ਦੇਖ ਕੇ ਕੁਛ ਲੋਕ ਇਹ ਸਮਝਦੇ ਨੇ ਕਿ ਸ਼ਾਇਦ ਸਾਡੀ ਜਿਹੜੀ ਦਿੱਖ, ਸਾਡੀ ਪਗੜੀ ਔਰ ਸਾਡੀ ਦਾੜੀ ਹੈ ਜਿਹੜੀ, ਉਹ ਸਾਡੀ, ਅਸੀਂ ਮੁਸਲਿਮ ਜਿਹੜੇ ਨੇ ਉਹਨਾਂ ਤੋਂ ਅਸੀਂ ਵੱਖਰਾ, ਮਤਲਬ ਉਹਨਾਂ ਲੋਕਾਂ ਨੂੰ ਹਲੇ ਸਿੱਧ ਨਹੀਂ ਕਰ ਸਕੇ ਕਿ ਅਸੀਂ ਸਿੱਖ ਇੱਕ ਵੱਖਰੀ ਕੌਮ ਆ, ਸਾਡੀ ਵੱਖਰੀ ਪਛਾਣ। ਉਹ ਅਗਰ ਗੱਲ ਨਿਕਲਦੀ ਹੈ ਤਾਂ ਤੁਸੀਂ ਸੋਚ ਕੇ ਦੇਖੋ ਕਿ ਦੋਨੇ ਗੱਲਾਂ ਨਾ ਚਾਹੁੰਦੇ ਹੋਏ ਕਿਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਸੰਬੰਧ ਹੋ ਰੱਖਦੀਆਂ ਨੇ, ਗੱਲਾਂ ਅੰਤਰ ਸੰਬੰਧਿਤ ਹੋ ਜਾਂਦੀਆਂ ਨੇ, ਕਿ ਕਿੰਨਾ ਸੈਂਸਿਟਿਵ ਮਸਲਾ। ਔਰ ਤੁਸੀਂ ਉਹਨੂੰ ਬੜੇ ਮਤਲਬ ਉਹਦੀ ਕਮੇਡੀ ਬਣਾ ਕੇ ਹਨਾ ਕਹਿ ਰਹੇ ਹੋ। ਤੇ ਦੋ ਗੱਲਾਂ ਸੀਗੀਆਂ ਜਿਹੜੀਆਂ ਅਸੀਂ ਰੱਖੀਆਂ ਨੇ। ਔਰ ਸਾਡੇ ਬਠਿੰਡੇ, ਕਿਉਂਕਿ ਮੈਂ ਬਠਿੰਡੇ ਰਹਿਣਾ, ਬਠਿੰਡੇ ਜਿਹੜੀ ਅਦਾਲਤ ਹੈ ਉਹਦੇ ਮਾਣਯੋਗ ਜੱਜ ਸਾਹਿਬਾਨ ਨੇ 1 ਸਤੰਬਰ ਦੀ ਸਾਡੀ ਜਿਹੜੀ ਆ ਉਹ ਡੇਟ ਦਿੱਤੀ ਹੈ ਜੀ। ਉਸ ਦਿਨ ਗਵਾਹੀਆਂ ਹੋਣਗੀਆਂ ਔਰ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਹੋਊਗੀ। ਔਰ ਨਵਕਿਰਨ ਸਿੰਘ ਹੋਰਾਂ ਤੋਂ ਇਲਾਵਾ ਸਾਡੇ ਸਥਾਨਕ ਸੀਨੀਅਰ ਸ਼੍ਰੀ ਜਤਿੰਦਰ ਰਾਏ ਖੱਟਰ ਜੀ, ਉਹ ਵੀ ਇਸ ਕੇਸ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ। ਸਾਥੀਓ, ਗੱਲਬਾਤ ਚੱਲ ਰਹੀ ਹੈ ਉੱਘੇ ਗੀਤਕਾਰ ਤੇ ਲੇਖਕ ਅਮਰਦੀਪ ਸਿੰਘ ਗਿੱਲ ਨਾਲ, ਜਿਨ੍ਹਾਂ ਨੇ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਅਤੇ 1984 ਕਤਲੇਆਮ ਮਾਮਲੇ ਤੇ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਆਨਲਾਈਨ ਟੀਵੀ ਪ੍ਰੋਗਰਾਮ ਵਿਰੁੱਧ ਬਠਿੰਡਾ ਦੀ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਰਹੇਗਾ ਜਾਰੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣਦੇ ਪਏ ਹੋ ਆਪਣਾ ਰੇਡੀਓ, ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਅਮਰਦੀਪ ਸਿੰਘ ਗਿੱਲ ਜੀ ਕਹਿੰਦੇ ਨੇ ਕਿ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਆਨਲਾਈਨ ਟੀਵੀ ਜੈ ਹਿੰਦ ਦੇ ਪੇਸ਼ਕਾਰ ਸੁਮੀਤ ਰਾਘਵਨ ਤੇ ਪ੍ਰਬੰਧਕਾਂ ਨੇ ਸਿੱਖ ਜਗਤ ਤੋਂ ਮਾਫੀ ਵੀ ਮੰਗੀ ਹੈ ਤੇ ਬਕਾਇਦਾ ਇਸ ਦਾ ਵੀਡੀਓ ਵੀ ਆਪਣੀ ਵੈਬਸਾਈਟ ਤੇ ਪਾਇਆ ਹੈ। ਜੀ ਉਹ ਮਾਫੀ ਵੀ ਮੈਂ ਇੱਥੇ ਕੀਤੀ ਸੀ ਸ਼ੇਅਰ। ਇੱਕ ਪੇਜ ਵੀ ਬਣਾਇਆ, ਅਸੀਂ ਜਿਉਂਦੇ ਅਸੀਂ ਜਾਗਦੇ ਜੀ, ਉਹਦੇ ਤੇ ਵੀ ਕੀਤੀ ਸੀ ਮੈਂ, ਫੇਸਬੁੱਕ ਤੇ ਵੀ ਕੀਤੀ ਸੀ, ਵੇਖ ਸਕਦੇ ਹੋ ਤੁਸੀਂ। ਔਰ YouTube ਤੇ ਤਾਂ ਉਹਨਾਂ ਨੇ ਪਾ ਹੀ ਦਿੱਤਾ ਸੀ। ਪਰ ਗੱਲ ਉਹੀ ਹੋਈ ਕਿ ਬਹੁਤ ਗਿਣਤੀ ਦੇ ਵਿੱਚ ਮਤਲਬ ਜਿਹੜੇ ਸਾਡਾ ਸਿੱਖ ਜਗਤ ਹੈ ਉਹਨਾਂ ਨੇ ਮਾਫੀ ਨਕਾਰ ਦਿੱਤੀ ਸੀ ਸਾਰਿਆਂ ਵੱਲੋਂ। ਤੇ ਉਹਨਾਂ ਸਭ ਨੂੰ ਇਹ ਲੱਗਿਆ ਕਿ ਠੀਕ ਨਹੀਂ ਗਾ ਇਹ ਮਾਫੀ, ਇਹਨਾਂ ਦਾ ਮੰਗਣ ਦਾ ਸਟਾਈਲ ਵੀ ਨਹੀਂ ਠੀਕ, ਔਰ ਇਹ ਦਿਲੋਂ ਮਾਫੀ ਨਹੀਂ ਮੰਗ ਰਹੇ। ਔਰ ਜਿਹੜੇ ਸਾਡੇ ਵਕੀਲ ਸਾਹਿਬਾਨ ਨੇ ਉਹਨਾਂ ਨਾਲ ਵੀ ਅਸੀਂ ਸਾਰਿਆਂ ਨਾਲ ਗੱਲ ਕੀਤੀ ਤਾਂ ਸਾਰਿਆਂ ਨੇ ਮਤਲਬ ਇਹੀ ਕਿਹਾ ਕਿ ਇਹ ਮਾਫੀ ਮੰਨਣ ਯੋਗ ਨਹੀਂ ਗੀ। ਕਿ ਔਰ ਦੂਸਰੀ ਗੱਲ, ਹਰ ਕਿਸੇ ਦਾ ਜਿਹੜਾ ਬਹੁ ਗਿਣਤੀ ਦਾ ਮਤਲਬ ਫੈਸਲਾ ਸੀਗਾ ਇਹ। ਔਰ ਇਹ ਉਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਸੀ ਕਿ ਤੁਸੀਂ ਦੇਖਿਆ ਹੋਣਾ ਗੌਤਮ ਜੀ ਕਿ ਕੋਈ ਪਹਿਲੀ ਘਟਨਾ ਨਹੀਂ ਗੀ ਇਸ ਕਿਸਮ ਦੀ। ਬਹੁਤ ਸਾਰੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ। ਹਾਂ, ਔਰ ਹਮੇਸ਼ਾ ਹੀ ਇਹ ਗੱਲ ਹੈ ਜਿਹੜੀ ਮਾਫੀ ਤੇ ਮੁੱਕ ਜਾਂਦੀ ਹੈ। ਕੋਈ ਬੰਦਾ ਕਿਤਾਬ ਦੇ ਵਿੱਚ ਗਲਤ ਬਿਆਨੀ ਕਰਦਾ ਸਿੱਖ ਧਰਮ ਬਾਰੇ ਜਾਂ ਗੁਰੂ ਸਾਹਿਬਾਨ ਬਾਰੇ ਜਾਂ ਕੋਈ ਹੋਰ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਦਾ, ਤੇ ਉਹ ਕਹਿੰਦਾ ਮੈਨੂੰ ਮਾਫੀ ਚਾਹੁੰਦਾ ਮੈਂ। ਕਹਿੰਦੇ ਠੀਕ ਹੈ ਜੀ, ਤੁਹਾਨੂੰ ਮਾਫ ਕਰਤਾ ਜੀ। ਫੇਰ ਕੋਈ ਫਿਲਮ ਦੇ ਵਿੱਚ ਏਦਾਂ ਦਾ ਗਲਤ ਕੰਮ ਕਰਦਾ, ਅਜੀਬ ਤਰ੍ਹਾਂ ਦੀਆਂ ਪੱਗਾਂ ਬੰਨ੍ਹਦਾ, ਅਜੀਬ ਤਰ੍ਹਾਂ ਦੀਆਂ ਦਾੜੀਆਂ ਲਾਉਂਦਾ, ਫਿਰ ਉਹ ਥੋੜਾ ਜਿਹਾ ਪਹਿਲਾਂ ਡਰਾਉਂਦੇ ਆ, ਫਿਰ ਉਹਨੂੰ ਪੇਸ਼, ਉਹ ਕਹਿੰਦਾ ਜੀ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ। ਉਹ ਕਹਿੰਦੇ ਜੀ ਠੀਕ ਹੈ, ਤੁਹਾਨੂੰ ਮਾਫੀ ਦੇ ਦਿੱਤੀ। ਇਹ ਗੱਲ ਬਹੁਤ ਆਈ ਸਾਹਮਣੇ ਕਿ ਹਮੇਸ਼ਾ ਹੀ ਉਹ ਕੰਮ ਕਰਦੇ ਨੇ ਗਲਤ, ਔਰ ਜਿਹੜਾ ਗਲਤ ਕੰਮ ਕਰਦੇ ਨੇ, ਜਿਹੜਾ ਸਾਨੂੰ ਹਰਟ ਕਰਦਾ, ਉਹ ਬਹੁਤ ਵੱਡੇ ਲੈਵਲ ਤੇ ਕਰਦੇ। ਜਿਹੜੀ ਮਾਫੀ ਹੈ ਉਹ ਬਹੁਤ ਹੀ ਸੰਖੇਪ ਦੇ ਵਿੱਚ ਮੰਗ ਲੈਂਦੇ ਨੇ, ਔਰ ਅਸੀਂ ਉਹਨਾਂ ਨੂੰ ਮਾਫ ਕਰ ਦਿੰਦੇ ਹਾਂ, ਕਿਉਂਕਿ ਇਹ ਗੱਲ ਵੀ ਇਹਦੇ ਤੋਂ ਬਿਲਕੁਲ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਜਿਹੜਾ ਸਾਡਾ ਸਿੱਖ ਧਰਮ ਹੈ ਉਹਦੇ ਵਿੱਚ ਮਾਫੀ ਨੂੰ ਵੀ ਬਹੁਤ ਵੱਡਾ ਇੱਕ ਸਥਾਨ ਦਿੱਤਾ ਗਿਆ ਕਿ ਯਾਰ ਜਿਹੜਾ ਕੋਈ ਆ। ਪਰ ਉਹ ਮਾਫੀ ਏਦਾਂ ਨਹੀਂ ਗੀ ਕਿ ਕੋਈ ਘਰੇ ਬਹਿ ਕੇ ਮਤਲਬ ਕਿਸੇ ਨੇ ਮੰਗੀ ਔਰ ਜਨਤਾ ਨੇ ਮਨਜ਼ੂਰ ਨਹੀਂ ਕੀਤੀ, ਸੰਗਤ ਨੇ। ਮੈਂ ਇਹਦੇ ਵਿੱਚ ਪਰਸਨਲੀ ਵਿਅਕਤੀਗਤ ਤੌਰ ਤੇ ਕੁਛ ਵੀ ਸੋਚਦਾ ਹੋਵਾਂ। ਗੱਲ ਜਦੋਂ ਆਪਾਂ ਸੰਗਤ ਦੇ ਵਿੱਚ ਲੋਕ ਕਚਹਿਰੀ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਸਾਰਿਆਂ ਨੇ ਇਹਨੂੰ ਬਹੁਮਤ ਦੇ ਨਾਲ ਸਵੀਕਾਰ ਕਰਤਾ, ਅਸੀਂ ਇਹਨੂੰ ਨਹੀਂ ਮੰਨਦੇ। ਔਰ ਉਸ ਕਰਕੇ ਹੀ ਫਿਰ ਉਦੋਂ ਵੀ ਮੈਂ 2-3 ਦਿਨ ਬਾਅਦ ਜਦੋਂ ਲੋਕ ਰਾਏ ਮੈਨੂੰ ਏਦਾਂ ਲੱਗੀ ਕਿ ਇਹ ਲੋਕ ਨਹੀਂ ਮੰਨ ਰਹੇ ਔਰ ਜਨਤਾ ਸਾਡੀ, ਜਿਹੜੇ ਸਾਡੀ ਸੰਗਤ ਹੈ ਉਹ ਇਹ ਗੱਲ ਕਹਿ ਰਹੀ ਹੈ ਕਿ ਇਹਨਾਂ ਦੇ ਖਿਲਾਫ ਲੜਨਾ ਹੀ ਚਾਹੀਦਾ,
ਹਾਂਜੀ। ਮੈਂ ਤਾਂ ਗੱਲ ਕੀਤੀ ਹੀ ਲੜਨ ਖਾਤਰ ਸ਼ੁਰੂ ਸੀ ਕਿ ਇੱਕ ਵਧੀਆ ਤਰੀਕੇ ਨਾਲ, ਇੱਕ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਲੋਕਾਂ ਦੇ ਖਿਲਾਫ ਆ ਜਿਹੜਾ ਇੱਕ ਕੇਸ ਕੀਤਾ ਜਾਵੇ ਔਰ ਕਾਨੂੰਨੀ ਤੌਰ ਤੇ ਹੀ ਉਹ ਲੜਾਈ ਲੜੀ ਜਾਵੇ, ਜਿਹਦੇ ਵਿੱਚ ਅਸੀਂ ਕਿਸੇ ਨੂੰ ਕੋਈ ਬੁਰਾ ਨਹੀਂ ਬੋਲਣਾ, ਕਿਸੇ ਨੂੰ ਕੋਈ ਗਾਲਾਂ ਨਹੀਂ ਕੱਢਣੀਆਂ, ਕਿਸੇ ਨੂੰ ਕੋਈ ਅਸੀਂ ਧਮਕੀਆਂ ਨਹੀਂ ਦੇਣੀਆਂ। ਅਸੀਂ ਇੱਕ ਜਿਹੜੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਉਹਨਾਂ ਨਾਲ ਗੱਲ ਕੀਤੀ ਜਾਵੇ ਔਰ ਆਪਾਂ ਉਹਦੇ ਲਈ ਤਿਆਰ ਹੀ ਸੀਗੇ ਔਰ ਆਪਾਂ ਉਦਾਂ ਹੀ ਕੀਤਾ ਜਿੱਦਾਂ ਲੋਕਾਂ ਦਾ, ਸੰਗਤ ਦਾ ਜਿਹੜਾ ਫੈਸਲਾ ਸੀ, ਜਿੱਦਾਂ ਸੰਗਤ ਦਾ ਹੁਕਮ ਸੀ। ਜੀ ਜੀ। ਗਿੱਲ ਜੀ ਉਹ ਨਾਲੋਂ ਨਾਲ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਸਿੱਖ ਭਾਈਚਾਰੇ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਨੇ। ਇਹ ਤਾਂ ਵੀਰੇ ਇਹ ਬੱਚਿਆਂ ਵਾਲੀਆਂ ਗੱਲਾਂ ਨੇ। ਖੈਰ ਅਸੀਂ, ਤੁਸੀਂ ਵੀ ਨੈਟ ਤੇ ਬੈਠਦੇ ਹੋ, ਯੂਜ ਕਰਦੇ ਹੋ ਨੈਟ। ਸਾਡੇ ਲੋਕ ਥੋੜੇ ਭਾਵੁਕ ਨੇ, ਉਹਨਾਂ ਨੂੰ ਏਦਾਂ ਲੱਗਦਾ ਹੁੰਦਾ ਜਦੋਂ ਕੋਈ ਮਤਲਬ ਕੋਈ ਵੀ ਗੱਲ ਵਾਪਰਦੀ ਹੈ, ਚਾਹੇ ਸਾਡੇ ਲੋਕ ਤਾਂ ਗਾਇਕਾਂ ਨੂੰ ਵੀ ਓਦਾਂ ਹੀ ਗਾਲਾਂ ਕੱਢ ਦਿੰਦੇ ਨੇ, ਇੱਕ ਦੂਜੇ ਦੇ ਫਿਲਮਾਂ ਵਾਲਿਆਂ ਨੂੰ ਵੀ ਉਹ ਗਾਲਾਂ ਕੱਢਦੇ ਨੇ। ਉਹ ਸਾਡੇ ਲੋਕਾਂ ਦਾ ਇੱਕ ਏਦਾਂ ਦਾ ਸੁਭਾਅ ਹੈ। ਉਹਦੇ ਚ ਐਕਚੁਅਲੀ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਨਾ, ਉਹ ਇੱਕ ਏਦਾਂ ਦਾ ਸੁਭਾਅ ਹੈ ਜਿਸ ਦਾ ਕੋਈ ਗੰਭੀਰਤਾ ਨਾਲ ਕੋਈ ਮੇਰੇ ਖਿਆਲ ਦੇ ਵਿੱਚ ਸੰਬੰਧ ਨਹੀਂ। ਗੁੱਸਾ ਕਿਸੇ ਨੂੰ ਵੀ ਆ ਸਕਦਾ, ਗੁੱਸਾ ਮੈਨੂੰ ਵੀ ਆ ਸਕਦਾ ਔਰ ਮੈਨੂੰ ਵੀ ਬਹੁਤ ਗੁੱਸਾ ਆਇਆ। ਪਰ ਮੇਰੀ ਉਮਰ ਦੇ ਹਿਸਾਬ ਨਾਲ ਜਾਂ ਮੇਰਾ ਮਾੜਾ ਮੋਟੀ ਮੇਰੀ ਅਕਲ ਆ ਜਿਹੜੀ ਜਿੰਨੀ ਹਨਾ, ਉਹਦੇ ਹਿਸਾਬ ਨਾਲ ਮੈਂ ਗੁੱਸੇ ਨੂੰ ਇੱਕ ਪ੍ਰੋਪਰ ਚੈਨਲ ਮਤਲਬ ਉਹਨਾਂ ਤੱਕ ਪਹੁੰਚਾਉਣਾ ਚਾਹੁੰਦਾ ਔਰ ਉਹਨਾਂ ਸਾਰੇ ਲੋਕਾਂ ਦਾ ਵੀ ਗੁੱਸਾ ਮੇਰੇ ਕੋਲ ਪਹੁੰਚੇ। ਮੇਰੇ ਕੋਲ ਪੂਰੀ ਦੁਨੀਆ ਦੇ ਜਿਹੜੇ ਨੇ ਫੋਨ ਆ ਰਹੇ ਨੇ ਹਨਾ, ਅਮਰੀਕਾ, ਕੈਨੇਡਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ, ਸਾਰੇ ਚੈਨਲ, ਰੇਡੀਓ ਚੈਨਲ, ਟੀਵੀ ਚੈਨਲ ਜਿਹੜੇ ਉਹ ਗੱਲਾਂ ਕਰ ਰਹੇ ਨੇ। ਮੈਂ ਤਾਂ ਇੱਕ ਤਰ੍ਹਾਂ ਦਾ ਇੱਕ ਪਿਆਦਾ ਹਾਂ, ਇੱਕ ਸੰਦੇਹਵਾਹਕ ਹਾਂ। ਇਹਦੇ ਵਿੱਚ ਮੈਂ ਤਾਂ ਸਿਰਫ ਉਹ ਸਾਰੀ ਜਿਹੜੀ ਸਾਡੀ ਸੰਗਤ ਆ ਉਹਦੀਆਂ ਭਾਵਨਾਵਾਂ ਦੇ ਨਾਲ ਹੀ ਆ, ਉਹਨਾਂ ਨੂੰ ਲੈ ਕੇ ਅੱਗੇ ਕਰ ਰਹੇ, ਕਿਉਂਕਿ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਸੀ, ਕਿਸੇ ਨੂੰ ਤਾਂ ਇਹ ਕੰਮ ਕਰਨਾ ਹੀ ਪੈਣਾ ਸੀ ਜੀ। ਔਰ ਅਸੀਂ ਫਿਰ ਉਹੀ ਗੱਲ ਹੋ ਗਈ ਕਿ ਅਸੀਂ ਇਹ ਕਿਉਂ ਕਹੀਏ ਕਿ ਕੋਈ ਹੋਰ ਕਰੇ, ਫਿਰ ਅਸੀਂ ਹੀ ਕਰਾਂਗੇ ਹਨਾ। ਇਸ ਕਰਕੇ ਉਹਨਾਂ ਨੂੰ ਤਾਂ ਸਾਡਾ ਕੋਈ ਤਾਲੁਕ ਨਹੀਂ ਗਾ ਕਿਸੇ ਕਿਸਮ ਦੀਆਂ ਜਿਹੜੀਆਂ ਧਮਕੀਆਂ ਜਾਂ ਜੋ ਵੀ ਆ। ਔਰ ਦੂਸਰੀ ਗੱਲ ਇਹ ਹੈ ਕਿ ਮੇਰੇ ਲਈ ਸਭ ਤੋਂ ਵੱਡੀ ਜਿਹੜੀ ਗੱਲ ਸੀ, ਜਿੱਥੇ ਹੋਰ ਸਾਰੀ ਦੁਨੀਆ ਦੇ ਦੋਸਤਾਂ ਮਿੱਤਰਾਂ ਦੇ ਸ਼ੁਭ ਚਿੰਤਕਾਂ ਦੇ ਫੋਨ ਆਏ ਜਾਂ ਆ ਰਹੇ ਨੇ, ਉੱਥੇ ਇੱਕ ਇਹ ਵੱਡੀ ਗੱਲ ਸੀ ਕਿ ਫੌਜਾ ਸਿੰਘ ਜੀ ਦੇ ਬੇਟੇ ਨੇ ਸਰਦਾਰ ਹਰਵਿੰਦਰ ਸਿੰਘ, ਉਹ ਪਿੰਡ ਰਹਿੰਦੇ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ, ਪਿੰਡ ਆ ਬਿਆਸ ਉਹਨਾਂ ਦਾ। ਉੱਥੋਂ ਉਹਨਾਂ ਦਾ ਮੈਨੂੰ ਫੋਨ ਆਇਆ। ਉਹ ਮੈਨੂੰ ਨਹੀਂ ਸੀ ਜਾਣਦੇ, ਨਾ ਮੈਂ ਉਹਨਾਂ ਨੂੰ ਜਾਣਦਾ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਤੁਸੀਂ ਇਹ ਕੰਮ ਕਰ ਰਹੇ ਹੋ, ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਮੈਂ ਕਿਹਾ ਜੀ ਸ਼ੁਕਰੀਆ ਅਦਾ ਕਰਨ ਵਾਲੀ ਕੋਈ ਗੱਲ ਨਹੀਂ, ਅਸੀਂ ਸਿਰਫ ਆਪਣਾ ਇੱਕ ਫਰਜ਼ ਨਿਭਾ ਰਹੇ ਹਾਂ। ਉਹ ਕਹਿੰਦੇ ਜੀ ਅਸੀਂ ਬੜੇ ਦੇਸੀ ਸਿੱਧੇ ਬੰਦੇ ਆ ਪਿੰਡਾਂ ਵਾਲੇ, ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਵਿਰੋਧ ਕਿਵੇਂ ਕਰਨਾ, ਪਰ ਸਾਨੂੰ ਗੁੱਸਾ ਬਹੁਤ ਆ ਉਹਨਾਂ ਦੇ ਪ੍ਰਤੀ। ਸਾਡੇ ਪਿੰਡ ਦੀ ਪੰਚਾਇਤ, ਸਾਡੇ ਸਰਪੰਚ ਸਾਹਿਬ, ਸਾਰੇ ਔਰ ਅਸੀਂ ਸਾਰੀਆਂ ਪੰਚਾਇਤਾਂ ਨੇੜੇ ਤੇੜੇ ਦੇ ਵੀ ਪਿੰਡਾਂ ਦੇ, ਅਸੀਂ ਤੁਹਾਡੇ ਨਾਲ ਆ। ਤੁਸੀਂ ਸਾਨੂੰ ਸਿਰਫ ਫੋਨ ਕਰਿਓ, ਤੁਸੀਂ ਦੱਸਿਓ ਕਿ ਕਿੱਥੇ ਆਉਣਾ ਤੇ ਕੀ ਕਰਨਾ, ਅਸੀਂ ਤੁਹਾਡੇ ਨਾਲ ਖੜੇ ਜੀ। ਇਸ ਕਰਕੇ ਉਹ ਜਿਹੜੀ ਸਾਰੀ ਗੱਲ ਆ ਉਹਨੂੰ ਵੱਧ ਅਸੀਂ ਤਵੱਜੋ ਦੇਵਾਂਗੇ ਇਹ ਲੋਕਾਂ ਦੇ, ਕਿਉਂਕਿ ਅਗਰ ਅਸੀਂ ਕੋਈ ਗਲਤ ਕੰਮ ਕਰ ਰਹੇ ਹੁੰਦੇ ਤਾਂ ਸਾਨੂੰ 2-4 ਸਾਡੇ ਨਾਲ ਹੋਣੇ ਸੀ, ਲੋਕ ਸਾਡੇ ਵਿਰੋਧੀ ਹੋਣੇ ਸੀ, ਉਹਨਾਂ ਨੇ ਕਹਿਣਾ ਸੀ ਕਿ ਨਹੀਂ ਭਾਈ ਇਹ ਕੰਮ ਨਹੀਂ ਕਰਨਾ ਹਨਾ। ਉਹ ਤਾਂ ਆਪਾਂ ਚੁੱਪ ਕਰ, ਕਿਉਂਕਿ ਆਪਣਾ ਮੈਂ ਜੇ ਇਸਨੂੰ ਪਰਸਨਲ ਕੋਈ ਮੇਰਾ ਇਸ਼ੂ ਤਾਂ ਹੈ ਨੀ ਗਾ, ਮੇਰਾ ਵੀ ਇੱਕ ਉਸੇ ਤਰ੍ਹਾਂ ਦਾ ਹੀ ਇਸ਼ੂ ਆ ਜਿਸ ਤਰ੍ਹਾਂ ਦਾ ਕਿਸੇ ਵੀ ਸੁਚੇਤ ਪੰਜਾਬੀ ਦਾ, ਕਿਸੇ ਵੀ ਜਿਹੜਾ ਅਹਿਸਾਸਮੰਦ ਸਿੱਖ ਦਾ ਔਰ ਕਿਸੇ ਵੀ ਜਿਹੜਾ ਚੇਤਨ ਮਨੁੱਖ ਦੇ ਲਈ ਇਹ ਗੱਲ ਹੈਗੀ ਮਾਇਨੇ ਰੱਖਦੀ, ਉਹਨੇ ਹੀ ਮਾਇਨੇ ਮੇਰੇ ਲਈ ਰੱਖਦੀ ਹੈ। ਔਰ ਮੈਂ ਆਪਣੇ ਤੌਰ ਤੇ ਜੋ ਕੁਛ ਕਰ ਰਿਹਾ ਇਹ ਇੱਕ ਸੰਗਤ ਦੇ ਹੁਕਮ ਦੇ ਅਨੁਸਾਰ ਹੀ ਕਰ ਰਿਹਾ ਜੀ। ਅਮਰਦੀਪ ਸਿੰਘ ਗਿੱਲ ਜੀ, ਬਠਿੰਡਾ ਦੀ ਅਦਾਲਤ 'ਚ ਪਟੀਸ਼ਨ ਪਾਉਣ ਤੋਂ ਬਾਅਦ SGPC ਜਾਂ ਕਿਸੇ ਹੋਰ ਸਿੱਖ ਸੰਸਥਾ ਨੇ ਤੁਹਾਡੇ ਨਾਲ ਸੰਪਰਕ ਕੀਤਾ ਹੋਵੇ ਜਾਂ ਤੁਹਾਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੋਵੇ? ਨਹੀਂ ਜੀ, ਮੇਰਾ ਏਦਾਂ ਦੇ ਭਾਗ ਕਿੱਥੇ ਸਾਡੇ, ਮੈਂ ਕਿਸੇ ਤੋਂ ਉਸ ਕਿਸਮ ਦੀ ਉਮੀਦ ਵੀ ਨਹੀਂ ਰੱਖਦਾ।
ਕਿਉਂਕਿ ਅਗਰ ਕਿਸੇ ਨੇ ਕਰਨਾ ਹੁੰਦਾ ਤਾਂ ਅਸੀਂ ਤਾਂ ਬਹੁਤ ਬੱਚੇ ਆ, ਕੁਛ ਵੀ ਨਹੀਂ। ਜੇ ਮੈਂ ਕਹਿਣਾ ਹੁੰਦਾ ਕਿ ਜਿੱਦਾਂ ਸਾਡੇ ਧਰਮ ਦੇ ਵਿੱਚ ਬੋਲਿਆ ਜਾਂਦਾ ਦਾਸਨ ਦਾਸ ਹਨਾ, ਉਹ ਅਸੀਂ ਤਾਂ ਦਾਸਾਂ ਦੇ ਵੀ ਗਾਹਾਂ 100ਵੇਂ 1000ਵੇਂ ਥਾਂ ਤੇ ਦਾਸ ਆ। ਸਾਡਾ ਤਾਂ ਕੋਈ ਆਪਣੇ ਆਪ ਦੇ ਵਿੱਚ ਵਜੂਦ ਹੀ ਨਹੀਂ ਗਾ। ਅਸੀਂ ਸਿਰਫ ਇਹੀ ਹੈ ਕਿ ਇੱਕ ਲੋਕ ਰਾਏ ਆ, ਇੱਕ ਲੋਕਾਂ ਦਾ, ਸਧਾਰਨ ਲੋਕਾਂ ਦਾ ਕਿਉਂ ਕਾਫਲਾ ਉਹ ਵੱਧਦਾ ਜਾਂਦਾ ਹੈ ਅੱਗੇ ਨੂੰ। ਉਹਦੇ ਚ ਬਹੁਤ ਸਾਰੀਆਂ ਗੱਲਾਂ ਜੁੜਦੀਆਂ ਨੇ, ਬਹੁਤ ਸਾਰੇ ਫੋਨ ਆਉਂਦੇ ਨੇ। ਆਪਣੇ ਲਈ ਤਾਂ ਸਾਰੇ ਉਹੀ ਬਹੁਤ ਸਤਿਕਾਰਯੋਗ ਔਰ ਪੂਜਣਯੋਗ ਨੇ। ਇੱਕ ਅਣਜਾਣ ਬੰਦੇ ਦਾ ਫੋਨ ਵੀ ਜਦੋਂ ਆ ਕਹਿੰਦਾ ਭਾਜੀ ਮੈਂ ਉਹ ਪੜ੍ਹੀ ਸੀ ਖਬਰ, ਤੁਸੀਂ ਜਿਹੜਾ ਕੰਮ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਆ, ਤਾਂ ਮੈਨੂੰ ਏਦਾਂ ਲੱਗਦਾ ਕਿ ਇਹ ਬੰਦਾ ਹੀ ਸਭ ਤੋਂ ਸਤਿਕਾਰਯੋਗ ਹੈ। ਜੀ ਬਿਲਕੁਲ ਜੀ। ਗਿੱਲ ਜੀ, ਇਸ ਮਾਮਲੇ ਨੂੰ ਜਦੋਂ ਤੁਸੀਂ ਸੋਸ਼ਲ ਵੈਬਸਾਈਟਸ ਦੇ ਉੱਤੇ ਲੈ ਕੇ ਗਏ, ਫੇਸਬੁੱਕ ਦੇ ਉੱਤੇ, YouTube ਦੇ ਉੱਤੇ, ਤਾਂ ਜਿਹੜਾ ਵਿਦੇਸ਼ ਦੇ ਵਿੱਚ ਆਪਣਾ ਭਾਈਚਾਰਾ ਵਸਦਾ ਹੈਗਾ ਉਸ ਦਾ ਕੀ ਰਿਸਪੌਂਸ ਸੀਗਾ? ਉਹਨਾਂ ਨੇ ਕਿਹੋ ਜਿਹਾ ਤੁਹਾਨੂੰ ਸਮਰਥਨ ਦਿੱਤਾ? ਬਹੁਤ ਅੱਛਾ ਮਤਲਬ ਸਹਿਯੋਗ ਰਿਹਾ ਮੇਰੇ ਨਾਲ। ਹਮੇਸ਼ਾ ਹੀ ਮੇਰੇ ਨਾਲ ਉਹ ਜੁੜੇ ਨੇ, ਜਿਹੜੀਆਂ ਸਾਡੀਆਂ ਫੇਸਬੁੱਕ ਜਾਂ ਇਸ ਕਿਸਮ ਦੀਆਂ ਜਿਹੜੀਆਂ ਸਾਈਟਸ ਨੇ ਉਹਨਾਂ ਦੇ ਰਾਹੀਂ। ਔਰ ਉਹਨਾਂ ਨੇ ਬਹੁਤ ਇਸ ਮਾਮਲੇ ਦੇ ਵਿੱਚ ਵੀ ਬਹੁਤ ਸਹਿਯੋਗ ਦਿੱਤਾ। ਸਾਡੇ ਲੋਕਾਂ ਨੇ, ਸਾਡੇ ਪੰਜਾਬ ਵਾਲਿਆਂ ਨੇ ਵੀ ਦਿੱਤਾ, ਪਰ ਉਹ ਵੱਧ ਜੁੜੇ ਹੋਏ ਨੇ ਕਿਉਂਕਿ ਫੇਸਬੁੱਕ ਵਗੈਰਾ ਤੇ ਉਹਨਾਂ ਦਾ ਜ਼ਿਆਦਾ ਆਇਆ। ਉਹਨਾਂ ਦੇ ਚੈਨਲਸ ਉੱਥੇ ਪ੍ਰਾਈਵੇਟ, ਤੁਹਾਨੂੰ ਪਤਾ ਰੇਡੀਓ ਵੀ ਬਹੁਤ ਨੇ, ਉਹਨਾਂ ਨੇ ਬਹੁਤ ਮੇਰੇ ਨਾਲ ਉੱਥੋਂ ਗੱਲ ਕੀਤੀ। ਔਰ ਮੈਨੂੰ ਹੋਰ ਕਿਸੇ ਕਿਸਮ ਦਾ ਸਹਿਯੋਗ ਨਹੀਂ ਚਾਹੀਦਾ। ਆਪਾਂ ਕਿਹੜਾ ਕੋਈ ਇਸ ਦੇ ਨਾਂ ਤੇ ਕੋਈ ਪੈਸੇ ਇਕੱਠੇ ਕਰਨੇ ਆ ਜਾਂ ਕੋਈ ਓਦਾਂ। ਆਪਾਂ ਇੱਕੋ ਹੀ ਗੱਲ ਆ ਤੇ ਸਾਨੂੰ ਸਿਰਫ ਇੰਨੀ ਗੱਲ ਦੱਸ ਦਿਓ ਕਿ ਮੈਂ ਠੀਕ ਕਰ ਰਿਹਾ ਜੀ। ਜੇ ਤੁਸੀਂ ਇੰਨੀ ਗੱਲ ਹੀ ਕਹਿ ਦਿਓ ਕਿ ਭਾਈ ਹਾਂ ਤੂੰ ਠੀਕ ਕਰ ਰਿਹਾ, ਆਪਣੇ ਲਈ ਇਹ ਹੀ ਸਭ ਤੋਂ ਵੱਡਾ ਸਹਿਯੋਗ ਆ। ਜੇ ਮੈਂ ਗਲਤ ਕਰ ਰਿਹਾ ਹੋਇਆ ਤਾਂ ਇਹ ਕਹਿ ਦਿਓ ਕਿ ਨਾ ਕਾਕਾ ਏਦਾਂ ਨਹੀਂ ਕਰਨਾ, ਇਹ ਤੂੰ ਗਲਤ ਆ, ਆਪਾਂ ਚੁੱਪ ਕਰ ਜਾਵਾਂਗੇ। ਔਰ ਇੱਕ ਗੱਲ ਮੈਂ ਹਮੇਸ਼ਾ ਨੋਟ ਕਰਦਾ, ਉਹ ਅੱਜ ਵੀ ਮੈਂ ਕੀਤੀ ਕਿ ਜਿਹੜੇ ਇਹ ਸਾਈਟਸ ਵਗੈਰਾ ਤੇ ਹੁੰਦਾ ਨਾ, ਇੱਥੇ ਰੋਜ਼ਾਨਾ ਨਵਾਂ ਵਿਸ਼ਾ ਚਾਹੀਦਾ ਹੁੰਦਾ। ਗੌਤਮ ਜੀ ਜਿੱਦਾਂ ਤੁਸੀਂ ਜਾਣਦੇ ਹੀ ਕਿ ਇੱਥੇ ਇੱਕ ਗੱਲ ਅੱਜ ਮੁੱਦਾ ਬਣਦੀ ਹੈ ਹਨਾ, ਇੱਕ ਮੁੱਦਾ ਹੁਣ ਬਣ ਗਿਆ ਕੋਈ ਗੱਲ। ਇਹੀ ਗੱਲ ਲੈ ਲਓ ਉਦਾਹਰਨ ਦੇ ਤੌਰ ਤੇ ਕਿ ਸਰਦਾਰ ਫੌਜਾ ਸਿੰਘ ਦੀ ਬੇਇੱਜ਼ਤੀ ਹੋਈ, ਉਹਦੇ ਖਿਲਾਫ ਆਪਾਂ ਗੱਲ ਕਰਨੀ, ਇਹ ਗੱਲ ਮੁੱਦਾ ਹੈ। ਇੱਕ ਮੰਚ ਮਿਲ ਜਾਂਦਾ। ਹਾਂ, 2 ਘੰਟਿਆਂ ਬਾਅਦ ਫਰਜ਼ ਕਰੋ ਕੋਈ ਹੋਰ ਘਟਨਾ ਵਾਪਰ ਗਈ, ਜਾਂ ਕੋਈ ਮਰ ਗਿਆ, ਜਾਂ ਕਿਸੇ ਨੇ ਖੁਦਕਸ਼ੀ ਕਰ ਲਈ, ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕਿਸੇ ਵੱਡੇ ਬੰਦੇ ਦਾ, ਜਾਂ ਕੋਈ ਹੋਰ ਕੋਈ ਗੱਲ ਏਦਾਂ ਦੀ ਵਾਪਰ ਗਈ, ਜਾਂ ਉਹ ਪਹਿਲੀ ਜਿਹੜੀ ਗੱਲ ਆ ਉਹ ਲੋਕ ਉੱਥੇ ਹੀ ਛੱਡ ਦਿੰਦੇ ਨੇ, ਭੁੱਲ ਜਾਂਦੇ ਨੇ। ਉਹਦਾ ਰਿਐਕਸ਼ਨ ਘੱਟ ਜਾਂਦਾ। ਹਾਂ, ਉਹ ਨਵੀਂ ਗੱਲ ਦੇ ਨਾਲ ਜੁੜ ਜਾਂਦੇ ਨੇ। ਹਰ ਬੰਦੇ ਨੂੰ ਏਦਾਂ ਲੱਗਦਾ ਕਿਉਂਕਿ ਇਹ ਜਿਹੜੀਆਂ ਸਾਈਟਸ ਨੇ ਭੁੱਖੀਆਂ ਬਹੁਤ ਨੇ, ਇਹਨਾਂ ਦੇ ਫੋਟੋਆਂ ਬਹੁਤ ਲੋਕਾਂ ਨੂੰ ਹੁੰਦਾ ਕਿ ਪਹਿਲਾਂ ਮੈਂ ਅਪਲੋਡ ਕਰਾਂ। ਉਹ ਕਰਦੇ ਨਾ ਇਹਨਾਂ ਨੇ ਇਹ ਸਾਰੀਆਂ ਗੱਲਾਂ ਭੁੱਲ ਜਾਂਦੇ ਨੇ। ਮੈਂ ਤੁਹਾਨੂੰ ਕਰਾਵਾ, ਕੁਛ ਸਮਾਂ ਪਹਿਲਾਂ ਇੱਕ ਪੁਲਿਸ ਅਧਿਕਾਰੀ ਨੇ ਇੱਕ ਸਿੱਖ ਦੀ ਪਗੜੀ ਉਤਾਰੀ, ਉਹ ਵੀ ਮੈਂ ਬਹੁਤ ਗੱਲ ਕੀਤੀ ਸੀ, ਮਤਲਬ ਵੀ ਸਾਰੇ ਕਿਤੇ ਹਨਾ ਗੱਲ ਕੀਤੀ। ਉਹ ਉਸ ਟਾਈਮ ਵੀ ਨਵਕਿਰਨ ਜੀ ਨੇ ਹੀ ਮਤਲਬ ਇਹ ਸਾਰਾ ਚੱਕਿਆ ਸੀ, ਪਰ ਉਹ ਲੋਕ ਭੁੱਲ ਗਏ ਗੱਲ ਨੂੰ। ਮਤਲਬ ਕਿਸੇ ਨੇ ਮੁੜ ਕੇ ਗੱਲ ਨਹੀਂ ਛੇੜੀ। ਮਤਲਬ ਮੈਂ ਹਮੇਸ਼ਾ ਇਸ ਗੱਲ ਨਾਲ ਜੁੜਿਆ ਰਿਹਾ, ਪਰ ਕਿਸੇ ਨੇ ਇਹ ਗੱਲ ਪੁੱਛੀ ਨਹੀਂ ਮੁੜ ਕੇ ਕਿ ਯਾਰ ਉਹ ਬੰਦਾ ਕੌਣ ਸੀ, ਕਿੱਧਰ ਗਿਆ ਜਿਹਨੇ ਉਹ ਸਿੱਖ ਸਰਦਾਰ ਜੀ ਦੀ ਪਗੜੀ ਉਤਾਰੀ ਸੀ ਹਨਾ। ਏਦਾਂ ਮੈਨੂੰ ਇਸ ਗੱਲ ਦਾ ਬੜਾ ਮਤਲਬ ਇਸ ਗੱਲ ਦਾ ਵਾਕਈ ਮੈਨੂੰ ਦੁੱਖ ਲੱਗਦਾ ਕਿ ਯਾਰ ਏਦਾਂ ਨਹੀਂ ਹੁੰਦਾ। ਜਿਹੜੇ ਕੰਮ ਨਾਲ ਤੁਸੀਂ, ਜਿਹੜੀ ਗੱਲ ਨੂੰ ਤੁਸੀਂ ਅੱਜ ਤਾਂ ਮਾਰਨ ਤੇ ਉੱਤਰੇ ਖੜੇ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹਦਾ ਬਹੁਤ ਵੱਡੀ ਬੇਇੱਜ਼ਤੀ ਹੋਊਗੀ, ਸਾਰਾ ਕੁਛ ਅਸੀਂ ਮੰਨਦੇ ਹਾਂ ਨਾ, ਤੁਹਾਡੀ ਭਾਵਨਾਵਾਂ ਨਾਲ ਅਸੀਂ ਵੀ ਜੁੜੇ ਹਾਂ। 2 ਘੰਟਿਆਂ ਬਾਅਦ ਕੋਈ ਹੋਰ ਘਟਨਾ ਵਾਪਰ ਗਈ ਜੀ। ਉੱਥੇ ਓਲੰਪਿਕ ਦੇ ਵਿੱਚ ਜੀ ਫਲਾਨੇ ਨੂੰ ਮੈਡਲ ਮਿਲਦਾ ਸੀ, ਉਹਦੇ ਨਾਲ ਧੋਖਾ ਹੋ ਗਿਆ। ਜਿਉਂ ਜਨਤਾ ਉਸ ਪਾਸੇ ਤੁਰ ਪੈਂਦੀ ਹੈ ਸਾਰੀ ਹਨਾ, ਫੇਰ ਕੋਈ ਹੋਰ ਘਟਨਾ ਵਾਪਰ ਜਾਂਦੀ ਉਹਦੇ ਵੱਲ ਤੁਰ। ਉਹ ਜਿਹੜੀਆਂ ਪਿਛਲੀਆਂ ਜਿਹੜੀਆਂ ਤੁਹਾਨੂੰ ਵਿਸ਼ੇ ਦੀ ਵੀ ਸਮਝ ਹੋਣੀ ਚਾਹੀਦੀ ਹੈ ਨਾ, ਕਿ ਤੁਸੀਂ ਸਿਰਫ ਤਮਾਸ਼ਬੀਨ ਬਣ ਕੇ ਕਿਸੇ ਗੱਲ ਨਾਲ ਨਾ ਜੁੜੋ ਕਿ ਉਹਨਾਂ ਨੂੰ ਏਦਾਂ ਲੱਗਦਾ ਕਿ ਰੌਲਾ ਬਹੁਤ ਪੈ ਰਿਹਾ, ਇੱਧਰ ਜ਼ਿਆਦਾ ਰੌਲਾ ਪੈਂਦਾ, ਇਹਦੇ ਵਿੱਚ ਰੌਲੇ 'ਚ ਰੌਲਾ ਪਾਈਏ। ਇਹ ਨਹੀਂ ਗੱਲ ਹੁੰਦੀ।
ਉਹ ਬਿਲਕੁਲ ਮਤਲਬ ਮੈਨੂੰ ਇਹ ਗੱਲ ਕਦੇ ਕਦੇ ਥੋੜੀ ਫੀਲ ਹੁੰਦੀ ਹੈ ਕਿ ਇਹ ਜਿਹੜੀਆਂ ਇਸ ਕਿਸਮ ਦੀਆਂ ਸਾਈਟਸ ਨੇ, ਸੋਸ਼ਲ ਸਾਈਟਸ, ਇਹਨਾਂ ਦਾ ਇਹ ਇੱਕ ਔਗਣ ਵੀ ਹੈ। ਹਾਂਜੀ। ਜੈ ਹਿੰਦ ਜਿਹੜਾ ਇਹ ਆਨਲਾਈਨ ਟੀਵੀ ਚੈਨਲ ਹੈ ਜਿਸ ਨੇ ਗੁਸਤਾਖੀ ਕੀਤੀ ਹੈ, ਜੇ ਇਹ ਤੁਹਾਡੀ ਪਟੀਸ਼ਨ ਦੇ ਮੁਤਲਕ ਅਦਾਲਤ ਵਿੱਚ ਜਾ ਕੇ ਮੁਆਫੀ ਮੰਗ ਲੈਂਦੇ ਆ ਬਕਾਇਦਾ ਉੱਥੇ ਹਾਜ਼ਰ ਹੋ ਕੇ, ਤਾਂ ਤੁਹਾਡਾ ਕੀ ਰੁਖ ਹੋਏਗਾ? ਇਹ ਮੈਂ ਨਹੀਂ ਤੁਹਾਨੂੰ ਦੱਸ ਸਕਦਾ ਕਿ ਮੇਰਾ ਰੁਖ ਕੀ ਹੋਊਗਾ। ਹਾਂਜੀ। ਕਿਉਂਕਿ ਮੈਂ ਦੇਖੋ, ਆਪਾਂ ਜਿਹਨੂੰ ਕਹਿੰਦੇ ਹੁੰਦੇ ਟਿੰਡ 'ਚ ਕਾਨਾ ਪਾਉਣ ਵਾਲੇ ਤਾਂ ਹੈ ਨੀ ਗੇ। ਹਾਂਜੀ। ਤੁਸੀਂ ਮੈਨੂੰ ਵੈਸੇ ਵੀ ਪਰਸਨਲੀ ਵੀ ਜਾਣਦੇ ਹੋ। ਹਾਂਜੀ। ਔਰ ਕਿ ਆਪਣਾ ਮਕਸਦ ਤਾਂ ਸਿਰਫ ਇਸ ਗੱਲ ਦੇ ਕੰਨ ਕਰਨਾ ਹੈਗਾ ਕਿ ਭਾਈ ਏਦਾਂ ਦਾ ਕੰਮ ਨਾ ਤਾਂ ਤੁਸੀਂ ਕਰਿਓ ਤੇ ਨਾ ਹੀ ਕੋਈ ਹੋਰ ਕਰੇ। ਹਾਂਜੀ। ਕਿਉਂਕਿ ਮੈਂ ਹਮੇਸ਼ਾ ਮੈਂ ਜਿਹੜਾ ਪੇਜ ਵੀ ਬਣਾਇਆ ਹੈਗਾ ਨਾ ਫੇਸਬੁੱਕ ਤੇ, ਅਸੀਂ ਜਾਗਦੇ, ਉਹਦੇ ਵਿੱਚ ਮੈਂ ਇਹ ਗੱਲ ਲਿਖੀ ਹੈ ਕਿ ਜਿਹੜੇ ਮੁੰਬਈਆ ਫਿਲਮਾਂ, ਪੰਜਾਬੀ ਫਿਲਮਾਂ, ਮਿਊਜ਼ਿਕ ਵੀਡੀਓ, ਸੀਰੀਅਲ, ਟੀਵੀ ਪ੍ਰੋਗਰਾਮ, ਮੀਡੀਆ, ਜਿੱਥੇ ਕਿਤੇ ਵੀ ਸਿੱਖੀ ਦਾ, ਸਿੱਖ ਦਾ ਜਾਂ ਇਸ ਧਰਮ ਦਾ ਜਾਂ ਸਾਡੇ ਵਿਰਸੇ ਵਿਰਾਸਤ ਨੂੰ ਕਿਸੇ ਵੀ ਤਰੀਕੇ ਨਾਲ ਜੇ ਕਿਤੇ ਮਜ਼ਾਕ ਬਣਾਇਆ ਜਾਊਗਾ ਨਾ, ਤਾਂ ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ ਜੀ। ਹਨਾ, ਸਾਡਾ ਮਕਸਦ ਸਿਰਫ ਇਹ ਗੱਲ ਦੱਸਣਾ ਹੈ ਕਿ ਤੁਸੀਂ ਕੰਮ ਆਪਣਾ ਕਰੋ, ਸਾਨੂੰ ਕੋਈ ਮਤਲਬ ਨਹੀਂ। ਮੈਂ ਤਾਂ ਆਪ ਹੀ ਇਸ ਫੀਲਡ ਦਾ ਬੰਦਾ, ਮੈਂ ਮਿਊਜ਼ਿਕ ਦਾ ਬੰਦਾ, ਮੈਂ ਫਿਲਮਾਂ ਦਾ ਬੰਦਾ। ਸਾਡਾ ਮਤਲਬ ਇਹ ਹੈ ਕਿ ਤੁਸੀਂ ਜੇ ਇਹ ਕੰਮ ਕਰਨਾ ਤਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ। ਕਿਉਂਕਿ ਪ੍ਰੋਬਲਮ ਇਹ ਹੈ ਕਿ ਉਹ ਲੋਕ ਬੈਠੇ ਨੇ ਬੰਬੇ, ਮੁੰਬਈ ਬੈਠੇ ਆ ਉਹ ਲੋਕ, ਉਹਨਾਂ ਲੋਕਾਂ ਨੂੰ ਸਾਡੀ ਜਿਹੜੀ ਰਹਿਤ ਮਰਿਆਦਾ ਜਾਂ ਸਾਡਾ ਧਰਮ ਜਾਂ ਸਾਡਾ ਵਿਰਸਾ ਜਾਂ ਸਾਡਾ ਸੱਭਿਆਚਾਰ ਵੀ ਹੈ ਜਿਹੜਾ ਆਮ ਪੰਜਾਬੀ ਵੀ ਹਨਾ, ਕਿਸੇ ਖਾਸ ਧਰਮ ਨਾਲ ਇਹਨੂੰ ਨਾ ਜੋੜੋ, ਵੈਸੇ ਹੀ ਪੰਜਾਬੀ ਸੱਭਿਆਚਾਰ, ਇਹਦੀ ਉਹਨਾਂ ਨੂੰ ਪੂਰੀ ਸਮਝ ਨਹੀਂ ਗੀ। ਕੁਛ ਬੰਦਿਆਂ ਨੂੰ ਹੈਗੀ ਪਰ ਬਹੁਤ ਜ਼ਿਆਦਾ ਲੋਕਾਂ ਨੂੰ ਏਦਾਂ ਦੀ ਕੋਈ ਸਮਝ ਨਹੀਂ ਗੀ। ਉਹਨਾਂ ਨੂੰ ਜਿਵੇਂ ਵੀ ਲੱਗਦਾ, ਠੀਕ ਲੱਗਦਾ, ਜਿੱਥੋਂ ਜਿਹੋ ਜਿਸ ਕਿਸਮ ਦੀ ਸਿੱਖੀ ਨੂੰ ਉਹ ਜਾਣਦੇ ਨੇ ਜਾਂ ਜਿਹੋ ਜਿਹੇ ਲੋਕਾਂ ਨੂੰ ਉਹ ਮਿਲਦੇ ਨੇ, ਉਹਨਾਂ ਨੂੰ ਲੱਗਦਾ ਕਿ ਸਾਰੇ ਏਦਾਂ ਹੀ ਹੋਣਗੇ ਹਨਾ, ਕਿ ਇਹ ਉਹ ਗੱਲ ਹੈ ਜਿਹੜੀ ਮਤਲਬ ਸਿਰਫ ਅਸੀਂ ਉਹਦੇ ਤੋਂ ਉਹਨਾਂ ਨੂੰ ਇੱਕ ਕੰਨ ਕਰਨੇ ਚਾਹੁੰਦੇ ਹਾਂ ਕਿ ਇਹਨੂੰ ਗੱਲ ਨੂੰ ਐ ਨਾ ਸਮਝ ਲਿਓ ਜੀ, ਇੱਥੇ ਕੋਈ ਮਤਲਬ ਹੱਸ ਕੇ ਬਸ ਗੱਲ ਖਤਮ ਹੋ ਜੂਗੀ। ਜਾਂ ਇਹ ਜਿਹੜੀ ਗੱਲ ਆ, ਇਹਦੇ ਲਈ ਪ੍ਰੋਪਰ ਤੌਰ ਤੇ ਜਿਹੜਾ ਪੂਰੇ ਦਾ ਪੂਰਾ ਸਿੱਖ ਜਗਤ ਹੈ, ਜਿਹੜੇ ਪੰਜਾਬੀ ਨੇ, ਜਿਹੜੇ ਸੂਝਵਾਨ ਲੋਕ ਨੇ, ਇਹ ਚੇਤਨ ਨੇ ਔਰ ਇਹ ਤੁਹਾਡੇ ਖਿਲਾਫ ਖੜੇ ਹੋਣਗੇ ਔਰ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਕਿ ਤੁਸੀਂ ਕਿਉਂ ਕੀਤਾ ਜੀ। ਉਸ ਤੋਂ ਬਾਅਦ ਫਿਰ ਸੰਗਤ ਫੈਸਲਾ ਕਰੂਗੀ ਜਾਂ ਅਦਾਲਤ ਫੈਸਲਾ ਕਰੂਗੀ ਹਨਾ, ਕਿ ਇਹਨਾਂ ਦੀ ਜਿਹੜੀ ਮਾਫੀ ਹੈ ਇਹ ਮੰਨਣੀ ਆ ਜਾਂ ਨਹੀਂ ਮੰਨਣੀ, ਜਾਂ ਵਕੀਲ ਸਾਹਿਬਾਨ ਕਰਨਗੇ। ਇਹਦੇ ਚ ਮੈਂ ਇਕੱਲਾ ਤੁਹਾਨੂੰ ਨਹੀਂ ਕੁਛ ਵੀ ਦੱਸ ਸਕਦਾ। ਮੈਂ ਇੱਕੋ ਗੱਲ ਦੱਸ ਸਕਦਾ ਕਿ ਸਾਡਾ ਮਕਸਦ ਕਿਸੇ ਦੇ ਨਾਲ ਕੋਈ ਨਾ ਸਾਡੀ ਜਾਤੀ ਰੰਜਿਸ਼ ਆ, ਨਾ ਅਸੀਂ ਕੋਈ ਜਾਤੀ ਰੰਜਿਸ਼ ਕੱਢਣਾ ਚਾਹੁੰਦੇ ਆ। ਅਸੀਂ ਇਹ ਚਾਹੁੰਦੇ ਆ ਕਿ ਕਲਾਕਾਰਾਂ ਨੂੰ, ਲੇਖਕਾਂ ਨੂੰ, ਪ੍ਰੋਡਿਊਸਰ, ਡਾਇਰੈਕਟਰਾਂ ਨੂੰ, ਜਿਹੜੇ ਇਸ ਮੀਡੀਆ 'ਚ ਕੰਮ ਕਰਦੇ ਨੇ, ਉਹਨਾਂ ਨੂੰ ਜੋ ਵੀ ਉਹ ਕੰਮ ਕਰਦੇ ਨੇ ਉਹਦੇ ਤੋਂ ਪਹਿਲਾਂ ਉਹਦੇ ਲਈ ਚੰਗੀ ਖੋਜ ਪੜਤਾਲ ਕਰ ਲਿਆ ਕਰਨ ਕਿ ਕਿਸੇ ਧਰਮ ਜਾਂ ਕਿਸੇ ਜਾਤੀ ਜਾਂ ਕਿਸੇ ਵਿਸ਼ੇਸ਼ ਜਿਹੜੇ ਕੌਮ ਤੇ ਜਦੋਂ ਤੁਸੀਂ ਕੋਈ ਕਿਸ ਕਿਸਮ ਦੀ ਕਮੇਡੀ ਕਰ ਰਹੇ ਹੋ ਤਾਂ ਉਹ ਕਿਸੇ ਨੂੰ ਹਰਟ ਨਾ ਹੋਵੇ। ਇਹ ਗੱਲ ਉਹ ਅੱਗੇ ਤੋਂ ਵਿਚਾਰ ਕੇ ਰੱਖਣ, ਇਹ ਗੱਲ ਆ, ਸਾਡਾ ਮਕਸਦ ਇਹ ਹੈ। ਅਮਰਦੀਪ ਸਿੰਘ ਗਿੱਲ ਜੀ, ਤੁਸੀਂ ਇੱਕ ਸੰਜੀਦਾ ਗੀਤਕਾਰ ਹੋ, ਤੁਸੀਂ ਬਹੁਤ ਸਾਰੇ ਗੀਤ ਲਿਖੇ ਨੇ, ਬੜੇ ਚਰਚਿਤ ਗੀਤ ਲਿਖੇ ਨੇ। ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ, ਜਾਂ ਫਿਰ ਇੱਕ ਕੁੜੀਆਂ ਤਾਂ ਕੁੜੀਆਂ ਨੇ, ਕੁੜੀਆਂ ਦਾ ਕੀ ਏ, ਜਾਂ ਇਹ ਪੰਜਾਬ ਵੀ ਮੇਰਾ, ਉਹ ਪੰਜਾਬ ਵੀ ਮੇਰਾ, ਤੇ ਹੋਰ ਇਹੋ ਜਿਹੇ ਬਹੁਤ ਸਾਰੇ ਗੀਤ ਜਿਨ੍ਹਾਂ ਨੂੰ ਸਰੋਤਿਆਂ ਨੇ, ਦਰਸ਼ਕਾਂ ਨੇ ਬੜਾ ਰੂਹ ਨਾਲ ਮਾਣਿਆ ਜਾਂ ਉਹਨਾਂ ਨੂੰ ਬਹੁਤ ਪਸੰਦ ਕੀਤਾ। ਕੀ ਤੁਹਾਡੀ ਇਹੋ ਜਿਹੀ ਵੀ ਕੋਈ ਯੋਜਨਾ ਹੈ ਕਿ ਜਿਹੜੇ ਸਿੱਖ ਭਾਈਚਾਰੇ ਨੂੰ ਲੈ ਕੇ ਜਾਂ ਆਪਣੇ ਪੰਜਾਬੀ ਭਾਈਚਾਰੇ ਨੂੰ ਲੈ ਕੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਉਹਨਾਂ ਨੂੰ ਕਈ ਤਰ੍ਹਾਂ ਦੀ ਸਿਚੁਏਸ਼ਨ 'ਚੋਂ ਲੰਘਣਾ ਪੈਂਦਾ, ਕੋਈ ਇਹੋ ਜਿਹੇ ਹਾਲਾਤ 'ਤੇ ਕੋਈ ਗੀਤ ਲਿਖੋ? ਦੇਖੋ, ਮੈਂ ਹਮੇਸ਼ਾ ਹੀ ਇਸ ਕੋਸ਼ਿਸ਼ ਦੇ ਵਿੱਚ ਰਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ, ਕਿਉਂਕਿ ਹਰ ਗੱਲ ਗੀਤਾਂ ਦੀ ਇੱਕ ਸੀਮਾ ਹੁੰਦੀ ਹੈ ਗੌਤਮ ਜੀ। ਅਗਰ ਮੈਂ ਗੀਤ ਦੇ ਵਿੱਚ ਇਸ ਗੱਲ ਦਾ ਵਿਰੋਧ ਕਰ ਸਕਦਾ ਹੁੰਦਾ ਤਾਂ ਮੈਂ ਕੇਸ ਨਾ ਕਰਦਾ ਜੀ। ਬਿਲਕੁਲ। ਤੇ ਮੈਂ ਨਾਲ ਦੀ ਨਾਲ ਇੱਕ ਗੀਤ ਰਿਕਾਰਡ ਕਰਦਾ, ਉਹਨੂੰ ਨੈਟ ਤੇ ਪਾਉਂਦਾ। ਗੀਤਾਂ ਦੀ ਆਪਣੀ ਇੱਕ ਸੀਮਾ ਹੁੰਦੀ ਹੈ, ਕਿਸੇ ਵੀ ਸਾਹਿਤਕ ਰਚਨਾ ਦੀ, ਕਿਸੇ ਵੀ ਕਲਾਤਮਕ ਰਚਨਾ ਦੀ ਇੱਕ ਸੀਮਾ ਹੈ ਹਨਾ। ਉਹ ਉਸ ਤੋਂ ਵੱਧ ਉਹਦਾ ਅਸਰ ਨਹੀਂ ਹੋ ਸਕਦਾ, ਜਾਂ ਉਸ ਤੋਂ ਬਾਅਦ ਤੁਹਾਨੂੰ
ਕਿਸੇ ਇਸ ਕਿਸਮ ਦਾ ਜਿਹੜਾ ਤੁਸੀਂ ਵਿਰੋਧ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਨਾ ਕਿਸੇ ਹੋਰ ਜਿਹੜਾ ਹੈਗਾ ਜ਼ਰੀਏ ਦਾ ਸਾਹਮਣਾ ਜ਼ਰੀਏ ਦਾ ਜਿਹੜਾ ਹੈ ਸਹਾਇਤਾ ਲੈਣੀ ਪੈਂਦੀ ਹੈ, ਜਿੱਦਾਂ ਕਿ ਆਪਾਂ ਨੂੰ ਕਾਨੂੰਨ ਸਹਾਇਤਾ ਲੈਣੀ ਪੈ ਰਹੀ ਹੈ ਇਸ ਗੱਲ ਦੇ ਵਿੱਚ। ਹਾਂਜੀ, ਪਰ ਨਾਲ ਦੀ ਨਾਲ ਇਹ ਵੀ ਗੱਲ ਹੈ, ਕਿਉਂਕਿ ਇੱਕ ਗੱਲ ਹੋਰ ਹੈ ਕਿ ਜਿਹੜੇ ਲੋਕ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਉਹਨਾਂ ਤੱਕ ਪਹਿਲੀ ਗੱਲ ਸਾਡੇ ਗੀਤ ਹੀ ਨਹੀਂ ਜਾਂਦੇ, ਉਹ ਪੰਜਾਬੀ ਗੀਤਾਂ ਨੂੰ ਜਾਂ ਉਸ ਕਿਸਮ ਦਾ ਨਹੀਂ ਜੁੜਦੇ। ਪਰ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ, ਜਿਸ ਤਰ੍ਹਾਂ ਹੁਣ ਮੈਂ ਮੀਨੂ ਸਿੰਘ ਦੀ ਐਲਬਮ ਕੀਤੀ ਤਾਂ ਉਹਦੇ ਵਿੱਚ ਇੱਕ ਗੀਤ ਜਿਹੜਾ ਸਭ ਤੋਂ ਵੱਧ ਮੈਨੂੰ ਵੀ ਸਭ ਤੋਂ ਵੱਧ ਪਿਆਰਾ ਔਰ ਲੋਕਾਂ ਨੇ ਸਭ ਤੋਂ ਵੱਧ ਜਿਹਨੂੰ ਪਿਆਰ ਦਿੱਤਾ ਉਹ ਸ਼ਹੀਦ ਭਗਤ ਸਿੰਘ ਬਾਰੇ ਆ, ਮੇਰੇ ਵੀਰ ਭਗਤ ਸਿੰਘ ਸ਼ੇਰਾ ਦੇ। ਉਹਦੇ ਚ ਵੀ ਮੈਂ ਜਿਹੜੀ ਗੱਲ ਕੀਤੀ ਆ ਉਹ ਇੱਕ ਸਮਾਜਿਕ ਨਜ਼ਰੀਏ ਤੋਂ ਕੀਤੀ ਹੈ ਕਿ ਭਗਤ ਸਿੰਘ ਅਸਲ ਚ ਕੀ ਹੈ ਤੇ ਅਸੀਂ ਉਹਨੂੰ ਕੀ ਸਮਝਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਸਿੱਖੀ ਨਾਲ, ਸਿੱਖ ਧਰਮ ਨਾਲ ਜਿਹੜੀਆਂ ਸਾਡੀਆਂ ਖਾਸ ਤੌਰ ਤੇ ਔਰਤਾਂ ਨੇ ਸਿੱਖ ਧਰਮ ਦੇ ਵਿੱਚ ਹੋਈਆਂ ਮਹਾਨ ਔਰਤਾਂ, ਉਹਨਾਂ ਦੇ ਨਾਲ ਸੰਬੰਧਿਤ ਗੀਤਾਂ ਦੀ ਇੱਕ ਕੈਸਟ ਹੈ ਜਿਹੜੀ ਉਹ ਮੀਨੂ ਦੀ ਆਵਾਜ਼ ਦੇ ਵਿੱਚ ਰਿਕਾਰਡ ਕਰਨ ਜਾ ਰਹੇ ਹਾਂ। ਜਾਂ ਮੀਨੂ ਤੋਂ ਹਮੇਸ਼ਾ, ਕਿਉਂਕਿ ਉਹ ਮੈਂ ਸੰਤ ਰਾਮ ਉਦਾਸੀ ਸਾਹਿਬ ਦੇ ਗੀਤ ਗਵਾਉਣ ਜਾ ਰਿਹਾ। ਮੇਰਾ ਹਮੇਸ਼ਾ ਇੱਕ ਨਜ਼ਰੀਆ, ਮੈਂ ਆਪਣੇ ਆਪ ਨੂੰ ਖੁਦ ਨੂੰ ਬਹੁਤ ਚੇਂਜ ਕੀਤਾ, ਮੇਰੇ ਤੋਂ ਵੀ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ। ਮੈਂ ਇੱਕ ਕੋਸ਼ਿਸ਼ ਇਸ ਤਰ੍ਹਾਂ ਦੀ ਕਰਦਾ ਕਿ ਮੇਰਾ ਜਿਹੜਾ ਕੰਮ ਆ ਉਹਦਾ ਕੋਈ ਸਮਾਜਿਕ ਸਰੋਕਾਰ ਵੀ ਹੋਵੇ। ਉਹਦੇ ਵਿੱਚ ਜਿਹੜੀਆਂ ਵੀ ਇਸ ਕਿਸਮ ਦੀਆਂ ਘਟਨਾਵਾਂ ਨੇ ਜਾਂ ਜੋ ਕੁਛ ਵੀ ਗਲਤ ਹੋ ਰਿਹਾ, ਉਹ ਜੋ ਕੁਛ ਵੀ ਉਹਨਾਂ ਚੋਂ ਗੀਤਾਂ ਦਾ ਜਾਂ ਮੇਰੀਆਂ ਕਵਿਤਾਵਾਂ ਦਾ ਵਿਸ਼ਾ ਬਣ ਸਕਦਾ ਉਹ ਮੈਂ ਬਣਾਵਾਂ। ਔਰ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਏਦਾਂ ਹੀ ਕਰੂੰਗਾ। ਪਰ ਗੱਲ ਉੱਥੇ ਆ ਜਾਂਦੀ ਹੈ ਕਿ ਹਰ ਗੱਲ ਆ ਜਿਹੜੀ ਉਹ ਗੀਤ ਨਹੀਂ ਬਣ ਸਕਦੀ। ਜੀ, ਅਮਰਦੀਪ ਸਿੰਘ ਗਿੱਲ ਜੀ, ਤੁਸੀਂ ਇੰਨਾ ਸਮਾਂ ਕੱਢ ਕੇ ਪੰਜਾਬੀ ਰੇਡੀਓ USA ਦੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਮੇਰੀ ਆਵਾਜ਼ ਹੈ ਜਿਹੜੀ ਮੈਨੂੰ ਬਠਿੰਡੇ ਬੈਠੇ ਨਿਮਾਣੇ ਦੇ ਇੱਕ ਛੋਟੇ ਜਿਹੇ ਲੇਖਕ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ। ਮਿਹਰਬਾਨੀ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।